ਹੁਣ ਜ਼ਿਕਰ ਉਸ ਖਬਰ ਦਾ ਜੋ ਆਮ ਜਨਤਾ ਨਾਲ ਜੁੜੀ ਹੋਈ ਹੈ। ਮਾਨ ਸਰਕਾਰ ਨੇ ਮੋਹਾਲੀ 'ਚ ਰੇਤਾ ਬਜਰੀ ਵਿਕਰੀ ਕੇਂਦਰ ਦਾ ਆਗਾਜ਼ ਕਰ ਦਿੱਤਾ ਹੈ, ਜਿੱਥੇ ਹੁਣ ਆਸਾਨੀ ਨਾਲ ਲੋਕ ਰੇਤਾ ਬਜਰੀ ਖਰੀਦ ਸਕਣਗੇ। ਇਸ ਦੌਰਾਨ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਵੱਡਾ ਦਾਅਵਾ ਕੀਤਾ ਕਿ ਪੰਜਾਬ 'ਚ 90% ਨਾਜਾਇਜ਼ ਮਾਈਨਿੰਗ ਬੰਦ ਕਰ ਦਿੱਤੀ ਗਈ ਹੈ। ਹੁਣ ਮੋਹਾਲੀ ਤੇ ਹੋਰ ਨੇੜਲੇ ਇਲਾਕੇ ਦੇ ਲੋਕਾਂ ਨੂੰ ਰੇਤ ਬਜਰੀ ਖਰੀਦਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ, क्योंकि मोहाली च पंजाब सरकार का पहला रेता बजरी विक्री केंद्र खुल चुका है, जिसका उद्घाटन करन खुद माइनिंग मंत्री हरजोत बैंस पहुंचे। इस दौरान बैंस ने जानकारी दी कि इस केंद्र तो सरकारी रेट से 28 रुपए प्रति फुट रेता मिलेगा, खड्ड तो 9 रुपए और क्रशर तो 20 रुपए के विच रेता उपलब्ध होगा। ਇੱਥੇ ਬਾਹਰ ਟਿੱਪਰ ਵਗੈਰਾ ਵੀ ਖੜੇ ਨੇ ਜੀ, ਤੁਸੀਂ ਆਪਣਾ ਵਹੀਕਲ ਵੀ ਲੈ ਕੇ ਆ ਸਕਦੇ ਹੋ। ਇੱਥੇ ਜਿਹੜਾ ਰੇਟ ਆ ਉਹ 28 ਰੁਪਏ ਰੱਖਿਆ ਗਿਆ, ਕਿਉਂਕਿ ਅਸੀਂ ਜਿੱਥੋਂ ਅਸੀਂ ਲੈ ਕੇ ਆ ਰਹੇ ਹਾਂ ਟਰਾਂਸਪੋਰਟੇਸ਼ਨ ਪੈ ਰਹੀ ਹੈ, ਤਾਂ ਇੱਥੇ 28 ਰੁਪਏ ਰੱਖਿਆ ਗਿਆ। ਤੇ ਸਪੈਸੀਫਿਕਲੀ ਅਸੀਂ ਨਿਊ ਚੰਡੀਗੜ੍ਹ ਦੇ ਇਸ ਹਿੱਸੇ ਨੂੰ ਇਸ ਕਰਕੇ ਚੁਣਿਆ ਤਾਂ ਕਿ ਆਸ-ਪਾਸ ਬਹੁਤ ਸਾਰਾ ਕੰਸਟਰਕਸ਼ਨ ਐਕਟੀਵਿਟੀ ਹੋ ਰਹੀ ਹੈ, ਕਿਉਂਕਿ ਜਦੋਂ ਨੇੜੇ ਤੇੜੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਨੇੜੇ ਪਵੇ ਤੇ ਇੱਥੇ 2-3 ਹਜ਼ਾਰ ਰੁਪਏ ਦੇ ਕਿਰਾਏ ਨਾਲੋਂ ਆਪਣੇ ਕੋਲ ਉਹਨਾਂ ਦੇ ਕੋਲ ਸਮਾਨ ਪਹੁੰਚ ਜਾਵੇ। ਇਦਾਂ ਦੇ ਸੇਲ ਸੈਂਟਰ ਸਾਡੀ ਕੋਸ਼ਿਸ਼ ਹੈ ਹਰ ਜ਼ਿਲ੍ਹੇ 'ਚ, ਪਰ ਪ੍ਰਾਇੋਰਟੀ ਹੈ ਲੁਧਿਆਣਾ ਤੇ ਜਲੰਧਰ। मंत्री हरजोत बैंस ने यह भी दावा किया कि पंजाब च 90% नाजायज माइनिंग बंद हुई है ते रात को माइनिंग करने वालों को सीधी चेतावनी दी है कि जे किसी ने रात को माइनिंग की तो टिप्पर मालिक ते 2 लाख रुपए का जुर्माना होगा ते जुर्माना ना भरन ते टिप्पर नीलाम कर दिता जाएगा। इस गल का भरोसा दिता है कि अगे रेत 15-16 रुपए ते बजरी 20 रुपए प्रति फुट के विच देने की कोशिश की जाएगी। ਜੇ ਸਾਨੂੰ ਕੋਈ ਵੀ ਟਿੱਪਰ, ਕੋਈ ਟਰਾਲੀ, ਕੋਈ ਵੀ ਵਹੀਕਲ ਸੜਕ ਤੇ ਮਿਲ ਗਿਆ ਜਿਹਦੇ ਨੂੰ ਰੋਕੇ ਜਾਣ ਦੇ ਉੱਤੇ ਜਿਹਦੇ ਕੋਲ ਕਾਗਜ਼ ਨਾ ਹੋਏ ਤਾਂ ਅਸੀਂ ਉਹਦਾ 2 ਲੱਖ ਰੁਪਏ ਜੁਰਮਾਨਾ ਕਰਾਂਗੇ। ਕੋਈ ਪਰਚਾ ਨਹੀਂ, ਗੱਡੀ ਬਾਉਂਡ, 2 ਲੱਖ ਰੁਪਏ ਜੁਰਮਾਨਾ। 2 ਲੱਖ ਰੁਪਏ 14 ਦਿਨ ਚ ਤਾਂ ਛੁੱਟੂਗੀ, ਜੇ ਅਗਰ ਨਹੀਂ ਦਿੰਦੇ 14 ਦਿਨ ਬਾਅਦ ਉਹਨੂੰ ਆਕਸ਼ਨ ਕਰ ਦਿਓ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਵੱਡਾ ਮੁੱਦਾ ਰਿਹਾ ਹੈ ਤੇ ਇਸ ਦੇ ਵਿਚਾਲੇ ਸਰਕਾਰ ਨੇ ਜਿੱਥੇ 90% ਨਾਜਾਇਜ਼ ਮਾਈਨਿੰਗ ਬੰਦ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਰੇਤਾ ਬਜਰੀ ਵਿਕਰੀ ਕੇਂਦਰ ਖੋਲ੍ਹ ਕੇ ਆਮ ਜਨਤਾ ਨੂੰ ਵੀ ਵੱਡੀ ਸਹੂਲਤ ਦਿੱਤੀ ਹੈ। ਮੋਹਾਲੀ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। पंजाबी गायक कंवर गरेवाल ਅਤੇ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਰੇਡ ਕੀਤੀ। ਦੋਹਾਂ ਦੇ ਪੰਜਾਬ 'ਚ ਮੌਜੂਦ ਸਾਰੇ ਹੀ ਟਿਕਾਣਿਆਂ ਤੇ ਇੱਕੋ ਵਕਤ ਕੀਤੀ ਗਈ ਛਾਪੇਮਾਰੀ ਦੌਰਾਨ ਇਨਕਮ ਟੈਕਸ ਮਹਿਕਮੇ ਨੇ ਕੁਝ ਦਸਤਾਵੇਜ਼ ਜਾਂਚ ਲਈ ਕਬਜ਼ੇ 'ਚ ਵੀ ਲਏ ਨੇ। ਤੇ ਪਿਛਲੇ ਦਿਨ ਤੁਹਾਨੂੰ ਦੱਸ ਦੇ ਕਿ ਆਈਟੀ ਦੇ ਵੱਲੋਂ ਰੇਡ ਕੀਤੀ ਗਈ। ਨਾਮੀ ਗ੍ਰਾਮੀ ਸਿੰਗਰਸ ਪੰਜਾਬ ਦੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਰਣਜੀਤ ਬਾਵਾ ਤੇ ਕੰਵਰ गरेवाल, ਰਣਜੀਤ ਬਾਵਾ ਦੇ जो बटाला वाला घर है उत्थे रेड की गई, नाल ही मोहाली स्थित रहायश ते रेड की गई, उत्थे चंडीगढ़ जो दफ्तर है उत्थे रेड की गई, उन्होंने जद्दी पिंड जो इन्हां दी रहायश है उत्थे भी रेड की गई। नाल ही जो कंवर गरेवाल ने उन्हां दे घर भी रेड की गई। मोहाली स्थित अपार्टमेंट आईडी दी टीम पहुंची ते दस दिए कि उन्हां दे जद्दी पिंड बठिंडा च भी रेड की गई ते दस दिए कि इंपॉर्टेंट दस्तावेज आईटी दे विभाग दे वल्लों खंगाले गए ने ते रेड सारा दिन ही चली ने ते पंजाब दे नामी ग्रामी सिंगर्स ने जिन्हां दे घर कल आईटी दे वल्लों छापेमारी की गई ते दस्तावेज खंगाले गए। उत्थे ही असीं वेखिआ जिक्र रंजीत बावा दे मोहाली स्थित रिहाइश ते उन्हां दे गड्डियां च अंदर जो पए दस्तावेज वो भी खंगाले गए ते काफ़ी देर आईटी दी रेड चली ते तुहानूं तस्वीरां साझा कर रहे हैं मोहाली दियां। कंवर गरेवाल दा अपार्टमेंट उत्थे आईटी दी टीम पहुंची, बटाला च पहुंची, जो रंजीत बावा दा घर है ते उत्थे ही मोहाली दा जो घर है रंजीत बावा दा उत्थे भी आईटी दी रेड जारी रही। कन्वर गरेवाल ਅਤੇ ਰਣਜੀਤ ਬਾਵਾ ਪੰਜਾਬ ਦੀ ਸੰਗੀਤ ਸਨਅਤ ਦੇ ਅਜਿਹੇ ਦੋ ਚਿਹਰੇ ਜਿਹੜੇ ਕਿਸੇ ਤਾਰੁਫ ਦੇ ਮੁਤਾਜ ਨਹੀਂ, ਪਰ ਸੋਮਵਾਰ ਦੀ ਸਵੇਰ ਇਹਨਾਂ ਦੋਵਾਂ ਦਾ ਤਾਰੁਫ ਜਿਸ ਟੀਮ ਦੇ ਨਾਲ ਹੋਇਆ ਉਸ ਨੂੰ ਪਹਿਲਾਂ ਇਹ ਸ਼ਾਇਦ ਕਦੇ ਮਿਲੇ ਵੀ ਨਹੀਂ ਹੋਣੇ। ਇਹ ਟੀਮ ਸੀ ਇਨਕਮ ਟੈਕਸ ਮਹਿਕਮੇ ਦੀ, ਜਿਸ ਨੇ ਦੋਵਾਂ ਦੇ ਤਕਰੀਬਨ ਸਾਰੇ ਹੀ ਟਿਕਾਣਿਆਂ ਤੇ ਇਕੱਠੇ ਦਸਤਕ ਦਿੱਤੀ। कंवर गरेवाल की गल करिए तो बठिंडा के पिंड महिमा सवाई के कंवर के जद्दी घर तो इलावा मोहाली के सैक्टर 104 के मौजूद ताज अपार्टमेंट्स के फ्लैट नंबर 102 से भी इनकम टैक्स महकमे की टीम ने दबिश दी। पंजाबी सिंगर कंवर गरेवाल के घर के असीं बाहर तुसीं तस्वीरां वेख सकते हो कि इत्थे इनकम टैक्स डिपार्टमेंट की जिहड़ी टीम है वो पहुंची है। सुबह तो लैके हुण तक जिहड़ी अंदर है वो जांच चल रही है कि आखिरकार किस तरह की इनकम कंवर गरेवाल नूं ते किस तरह के जिहड़े स्रोत ने वो इस दे कोल ने और कितना टैक्स है जिहड़ा सरकार नूं पे किया जाता है। जाके तुहानूं दस दईए कि कंवर गरेवाल के होर भी टिकाणिਆਂ ਦੇ ਉੱਪਰ अलग-अलग डिपार्टमेंटां ਦੀ रेट हुई सी, खास तौर ਤੇ ਬਠਿੰਡਾ ਤੇ ਸੀ ਮਹਿਮਾ ਸਵਾਈ ਪਿੰਡ ਦੇ ਵਿੱਚ ਆ। ਔਰ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਅਧਿਕਾਰੀ ਨੇ ਜਿਹੜੇ ਇੱਥੇ
ਉਹ ਗੱਡੀਆਂ ਤੇ ਪਹੁੰਚੇ ਹੋਏ ਨੇ। ਪੰਜਾਬ ਦੇ ਜਿਹੜੇ ਚਾਹੇ ਉਹ ਵੱਡੇ ਬਿਲਡਰਸ ਹੋਵੇ, ਹੁਣ ਤੇਰੇ ਪੰਜਾਬੀ ਸਿੰਗਰ ਹੋਵੇ, ਉਹਨਾਂ ਤੇ ਕਿਤੇ ਨਾ ਕਿਤੇ ਸਿਕੰਜਾ ਜਿਹੜਾ ਹੈ, ਚਾਹੇ ਉਹ NIA ਦੀ ਅਸੀਂ ਗੱਲ ਕਰ ਲਈਏ, ਚਾਹੇ ਉਹ ਇਨਕਮ ਟੈਕਸ ਡਿਪਾਰਟਮੈਂਟ ਦੀ ਅਸੀਂ ਗੱਲ ਕਰ ਲਈਏ, ਲਗਾਤਾਰ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ ਹੈ। ਆਖਿਰ ਉਹਨਾਂ ਦੇ ਡਾਕੂਮੈਂਟੇਸ਼ਨ ਜਾਂ ਫਿਰ ਹੋਰ ਜਿਹੜੇ ਡਾਕੂਮੈਂਟ ਆਪਣੇ ਕਬਜ਼ੇ 'ਚ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰ ਕਿਹੜੀ ਚੀਜ਼ਾਂ ਨੇ, ਕਿਹੜੇ ਸੋਰਸ ਨੇ, ਕਿਸ ਤਰ੍ਹਾਂ ਦੀ ਚੀਜ਼ਾਂ ਨੇ, ਹੋਰ ਕਿਹੜਾ ਅਰਨਿੰਗ ਸੋਰਸ ਕੀ ਹੈ। ਉਧਰ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਹੋਈ ਛਾਪੇਮਾਰੀ ਵਿੱਚ 4 ਥਾਵਾਂ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਵਿੱਚ ਚੰਡੀਗੜ੍ਹ ਦੇ ਵਿੱਚ ਰਣਜੀਤ ਬਾਵਾ ਦਾ ਦਫ਼ਤਰ, ਉਹਨਾਂ ਦੇ PA ਡਿਪਟੀ ਵੋਰਾ ਦਾ ਘਰ, ਬਟਾਲਾ ਦੇ ਪਿੰਡ ਵਡਾਲਾ ਗ੍ਰੰਥੀਆਂ ਤੇ ਮੋਹਾਲੀ ਦੇ ਸੈਕਟਰ 69 ਦੇ ਵਿੱਚ ਰਣਜੀਤ ਬਾਵਾ ਦੀ ਰਿਹਾਇਸ਼ ਇਨਕਮ ਟੈਕਸ ਮਹਿਕਮੇ ਦੀ ਟੀਮ ਜਾਂਚ ਕਰਨ ਲਈ ਪਹੁੰਚੀ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ। ਤਸਵੀਰਾਂ ਰਣਜੀਤ ਬਾਵਾ ਦੇ ਘਰ ਦੀਆਂ, ਸੈਕਟਰ 69 1553 ਨੰਬਰ ਦੀ ਇਹ ਰਿਹਾਇਸ਼ ਹੈ ਰਣਜੀਤ ਬਾਵਾ ਦੀ, ਜਿੱਥੇ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਹੈ। ਔਰ ਜਿੰਨੀਆਂ ਗੱਡੀਆਂ ਚਾਰੇ ਗੱਡੀਆਂ ਰਣਜੀਤ ਬਾਵਾ ਦੀਆਂ ਇੱਥੇ ਘਰ ਮੌਜੂਦ ਹੈ, ਉਹਨਾਂ ਦੀ ਵੀ ਤਲਾਸ਼ੀ ਲਿੱਤੀ ਜਾ ਰਹੀ ਹੈ। ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਉਹਨਾਂ ਦੇ ਅੰਦਰ ਕੀ ਕੁਝ ਮੌਜੂਦ ਹੈ ਔਰ ਅੰਦਰ ਵੀ ਕਿਸ ਤਰੀਕੇ ਦੇ ਜਿਹੜੇ ਦਸਤਾਵੇਜ਼ ਨੇ, ਕੀ ਕੁਝ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਣਜੀਤ ਬਾਵਾ ਤੇ ਕਮਰ ਗਰੇਵਾਲ ਦੇ ਰਿਹਾਇਸ਼ੀ ਟਿਕਾਣਿਆਂ ਤੇ ਕੀਤੀ ਗਈ ਕਾਰਵਾਈ ਦੌਰਾਨ ਕੀ ਕੁਝ ਸਵਾਲ ਜਵਾਬ ਹੋਏ ਅਤੇ ਇਹ ਕਾਰਵਾਈ ਹੋਈ ਕਿਉਂ, ਇਸ ਨੂੰ ਲੈ ਕੇ ਅਧਿਕਾਰਕ ਤੌਰ ਤੇ ਕੁਝ ਵੀ ਦੱਸਿਆ ਨਹੀਂ ਗਿਆ। ਪਰ ਇਹ ਜ਼ਰੂਰ ਹੈ ਕਿ ਇਹਨਾਂ ਦੋਵਾਂ ਗਾਇਕਾਂ ਦੀ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਅਤੇ ਉਸ ਤੋਂ ਬਾਅਦ ਵਿਦੇਸ਼ੀ ਟੂਰ ਪ੍ਰੋਗਰਾਮ ਦੇ ਇਨਕਮ ਟੈਕਸ ਮਹਿਕਮੇ ਦੀ ਰਡਾਰ ਤੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬਟਾਲਾ ਤੋਂ ਬਿਸ਼ੰਬਰ ਬਿੱਟੂ, ਬਠਿੰਡਾ ਤੋਂ ਸੂਰਜ ਪਾਨ ਅਤੇ ਮੋਹਾਲੀ ਤੋਂ ਅਮਨ ਭਾਰਦਵਾਜ ਦੇ ਨਾਲ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਰਣਜੀਤ ਬਾਵਾ ਦੇ ਬਟਾਲਾ ਵਿਚਲੇ ਘਰ 'ਚ ਇਨਕਮ ਟੈਕਸ ਦੀ ਰੇਡ ਖਤਮ ਹੋ ਗਈ, ਪਰ ਪਰਿਵਾਰ ਇਸ ਮਾਮਲੇ ਤੇ ਜ਼ਿਆਦਾ ਬੋਲਣ ਨੂੰ ਤਿਆਰ ਨਹੀਂ। ਐਕਚੁਅਲੀ ਇਹ ਤੇ ਸਾਰਾ ਕੁਝ ਸੀਕ੍ਰੇਟ ਹੈ, ਅਕੋਰਡਿੰਗ ਟੂ ਗਵਰਨਮੈਂਟ ਰੂਲਸ। ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ। ਉਹਨਾਂ ਨੇ ਉਹ ਆਪਣੀ ਗਵਰਨਮੈਂਟ ਡਿਊਟੀ ਨੂੰ ਬਾਉਂਡ ਸੀਗੇ, ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕੀਤਾ, ਜੋ ਉਹਨਾਂ ਦੀ ਡਿਊਟੀ ਸੀਗੀ ਉਹ ਕਰਕੇ ਗਏ, ਦੈਟਸ ਇਟ। ਅੰਦਰ ਇੰਨੀ ਦੇਰ ਬੈਠੇ ਰਹੇ ਨੇ, ਕੁਝ ਉਹਨਾਂ ਤਲਾਸ਼ੀ ਵਗੈਰਾ ਵੀ ਲਈ ਅੰਦਰ ਸਮਾਨ ਦੀ। ਸਰ ਦੈਟ ਇਜ਼ ਵੈਰੀ ਸੀਕ੍ਰੇਟ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿਉਂਕਿ ਉਹ ਆਪਣੀ ਡਿਊਟੀ ਨੂੰ ਬਾਉਂਡ ਹੈ। ਜੇ ਸਭ ਕੁਝ ਪਬਲਿਕਲੀ ਕਰਨਾ ਹੁੰਦਾ ਤੇ ਮੇਬੀ ਉਹ ਤੁਹਾਨੂੰ ਆਪਣਾ ਇੰਟਰਵਿਊ ਦੇ ਕੇ ਜਾਂਦੇ, ਤੁਸੀਂ ਉਹਨਾਂ ਦੇ ਕੋਲ ਹੀ ਸੀਗੇ। ਮੈਂ ਤੇ ਜਸਟ ਇੱਕ ਹਾਂਜੀ ਫੈਮਿਲੀ ਮੈਂਬਰ ਦੇ ਤੌਰ ਤੇ ਆਈ ਹਾਂ, ਬਾਕੀ ਉਹਨਾਂ ਨੇ ਆਪਣੀ ਡਿਊਟੀ ਜਿਸ ਤਰ੍ਹਾਂ ਦੀ ਉਹਨਾਂ ਨੇ ਕਰਨੀ ਸੀਗੀ ਉਹਨਾਂ ਡਿਊਟੀ ਕੀਤੀ, ਬਸ। ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਪੰਜਾਬ ਹਾਂਜੀ 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 ਉਹ ਚੰਡੀਗੜ੍ਹ ਨੇ, ਉਹ ਉੱਥੇ ਆਪਣੇ ਉਹ ਵੀ ਆਪਣੇ ਕੁਝ ਕਰ ਰਹੇ ਹੋਣਗੇ, ਮੈਨੂੰ ਨਹੀਂ ਪਤਾ। ਮੈਂ ਤੇ ਆਪਣੇ ਇਨ-ਲॉज ਸਹੁਰਿਆਂ ਹੁਣ ਗੱਲ ਕਰਾਂਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਿੱਲੀ 'ਚ ਐਂਟਰ ਹੋਣ ਵਾਲੀ ਹੈ ਤੇ ਦਿੱਲੀ ਕਾਂਗਰਸ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ, ਪਰ ਤਿਆਰੀ ਵਾਲੀ ਮੀਟਿੰਗ ਦੀਆਂ ਤਸਵੀਰਾਂ ਨੇ ਵਿਵਾਦ ਜ਼ਰੂਰ ਛੇੜ ਦਿੱਤਾ ਹੈ। ਦਿੱਲੀ ਕਾਂਗਰਸ ਦੇ ਆਗੂਆਂ ਦੀ ਇਹ ਮੀਟਿੰਗ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਹੈ, ਜੋ ਯਾਤਰਾ ਛੇਤੀ ਹੀ ਦਿੱਲੀ 'ਚ ਐਂਟਰ ਹੋਣ ਵਾਲੀ ਹੈ। ਪਰ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਚਿਹਰਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਇਹ ਚਿਹਰਾ ਹੈ ਜਗਦੀਸ਼ ਟਾਈਟਲਰ ਦਾ। ਮੀਟਿੰਗ ਦੇ ਵਿੱਚ ਜਗਦੀਸ਼ ਟਾਈਟਲਰ ਨਜ਼ਰ ਆਏ ਤਾਂ ਬੀਜੇਪੀ ਆਗੂਆਂ ਨੇ ਕਾਂਗਰਸ ਦੇ ਖਿਲਾਫ ਮੋਰਚਾ ਖੋਲ ਦਿੱਤਾ। 1984 ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਚੁੱਕਦੇ ਹੋਏ ਟਾਈਟਲਰ ਸਣੇ ਕਾਂਗਰਸ ਨੂੰ ਘੇਰਿਆ ਗਿਆ। ऐसे लग रहा है कि ये कांग्रेस की भारत जोड़ो नहीं भारत तोड़ो यात्रा है। ऐसा लग रहा है कि इस यात्रा के पीछे कोई मंतव्य एक ये है कि कैसे देश में आगजनी की जाए। लेकिन बड़ा सवाल आज देश का राहुल गांधी से और सोनिया गांधी से ये है, क्या ऐसे कातलों को साथ लेकर भारत को जोड़ा जा सकता है या तोड़ा जा सकता है। उधर जगदीश टाइटलर भी 84 ते खुल के बोले ते दावा कर दिता कि मेरा तां नाम किसी भी FIR दे विच शामिल तक नहीं ते दावा तां इत्थों तक होया कि उन्हां नूं तां CBI तो क्लीन चिट मिली हुई है। हमें मालूम है कि हम राहुल जी के प्रोग्राम के अंदर इट इज़ एक्चुअली गॉट ए होल नेशन वर्किंग ऑन इट, होल वर्ल्ड इज एक्चुअली लुकिंग एट इट। Nowhere has ever we have seen this thing what happened with Indira Gandhi's time, and this again we are seeing this at Rahul Gandhi's time. People are just joining you. Then we have to make arrangement for them too. ਟਾਈਟਲਰ ਦੇ ਵੱਲੋਂ ਖੁਦ ਨੂੰ ਨਿਰਦੋਸ਼ ਦੱਸਣ ਦੀ ਦੇਰ ਸੀ ਤਾਂ ਵਿਰੋਧੀਆਂ ਨੇ ਪਲਟਵਾਰ ਕਰਨ ਦੇ ਵਿੱਚ ਦੇਰ ਨਹੀਂ ਲਗਾਈ। ਜਿਹੜੇ ਜਗਦੀਸ਼ ਟਾਈਟਲਰ ਨੇ 1984 ਚ ਦਰਦ ਦੀ ਪ੍ਰਕਾਸ਼ਤਾ ਦਿੱਤੀ, ਜਿਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਤੇ, ਜਿਨੇ ਗੁਰਦੁਆਰੇ ਸਾੜਤੇ, ਜਿਨੇ ਦੁਕਾਨਾਂ ਸਾੜੀਆਂ, ਜਿਨੇ ਸਿੱਖ ਕਤਲੋ ਗਾਰਤ ਕਰਾਇਆ, ਉਹ ਰਾਹੁਲ ਗਾਂਧੀ ਦੇ ਸਹਿ ਯਾਤਰੀ ਬਣੇ। ਬੜੇ ਦੁੱਖ ਦੀ ਗੱਲ ਹੈ। 1984 ਚ ਦਿੱਲੀ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਟਾਈਟਲਰ ਦੇ ਉੱਤੇ ਸਵਾਲ ਉੱਠਦੇ ਰਹੇ ਨੇ ਤੇ ਜਦੋਂ ਟਾਈਟਲਰ ਕਾਂਗਰਸ ਦੀਆਂ ਸਭਾਵਾਂ ਦੇ ਵਿੱਚ ਨਜ਼ਰ ਆਏ ਤਾਂ ਵਿਰੋਧੀਆਂ ਦੇ ਵਿਰੋਧ ਦਾ ਸਾਹਮਣਾ ਕਾਂਗਰਸ ਨੂੰ ਕਰਨਾ ਪਿਆ। ਦਿੱਲੀ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਰੁਕਣੇ ਗੁਰੂਗ੍ਰਾਮ ਚ ਦੋ ਸ਼ੱਕੀ ਮੌਤਾਂ ਹੋਈਆਂ ਨੇ। ਦੱਸ ਦਈਏ ਕਿ ਨਾਈਟ ਕਲੱਬ ਮਾਲਿਕ ਤੇ ਮਹਿਲਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਹੈ। ਕਲੱਬ ਮਾਲਿਕ ਤੇ ਮਹਿਲਾ ਦੀ ਲਾਸ਼ ਕਮਰੇ ਚੋਂ ਮਿਲੀ ਹੈ। ਦੱਸ ਦਈਏ ਕਿ ਇੱਕ ਹੋਰ ਮਹਿਲਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਨਿੱਜੀ ਹਸਪਤਾਲ 'ਚ ਉਸ ਮਹਿਲਾ ਨੂੰ ਦਾਖਲ ਕਰਵਾਇਆ ਗਿਆ ਹੈ। ਨਾਈਟ ਕਲੱਬ ਤੇ ਮਾਲਿਕ ਨਾਲ 2 ਤੋਂ 3 ਮਹਿਲਾਵਾਂ ਸਨ ਤੇ ਦੱਸ ਦਈਏ ਕਿ ਗੁਰੂਗ੍ਰਾਮ 'ਚ ਦੋ ਸ਼ੱਕੀ ਮੌਤਾਂ ਹੋਈਆਂ ਨੇ। ਨਾਈਟ ਕਲੱਬ ਮਾਲਿਕ ਤੇ ਮਹਿਲਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਈ ਹੈ। ਕਲੱਬ ਮਾਲਿਕ ਤੇ ਮਹਿਲਾ ਦੀ ਲਾਸ਼ ਹਾਲਾਂਕਿ ਕਮਰੇ 'ਚੋਂ ਮਿਲੀ ਹੈ। ਉਹਨਾਂ ਦੇ ਨਾਲ ਜੋ ਮਹਿਲਾ ਸੀਗੀ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ ਉਸ ਦਾ ਇਲਾਜ ਚੱਲ ਰਿਹਾ ਹੈ ਹਸਪਤਾਲ 'ਚ ਤੇ ਨਾਈਟ ਕਲੱਬ ਮਾਲਿਕ ਦੇ ਨਾਲ 2 ਤੋਂ 3 ਮਹਿਲਾਵਾਂ ਸੀਗੀਆਂ। ਪਰ ਹਾਲਾਂਕਿ ਜਾਂਚ ਦਾ ਵਿਸ਼ੇ ਹੈ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਹੈ ਤੇ ਇੱਕ ਹੋਰ ਮਹਿਲਾ ਜੋ ਉਹਨਾਂ ਦੇ ਨਾਲ ਸੀਗੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਹਸਪਤਾਲ 'ਚ ਜੇਰੇ ਇਲਾਜ ਹੈ। ਤੇ ਗੁਰੂਗ੍ਰਾਮ ਤੋਂ ਤੁਹਾਨੂੰ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਦੋ ਸ਼ੱਕੀ ਮੌਤਾਂ ਹੋਈਆਂ ਨੇ। ਪੁਲਿਸ ਜਾਂਚ ਲੱਗੀ ਹੋਈ ਹੈ ਆਖਿਰ ਮੌਤ ਦਾ ਕਾਰਨ ਕੀ ਹੈ। ਦੱਸ ਦਈਏ ਕਿ ਨਾਈਟ ਕਲੱਬ ਦਾ ਓਨਰ ਤੇ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ ਕਮਰੇ 'ਚੋਂ ਤੇ ਨਾਈਟ ਕਲੱਬ मालिक के नाल 2 तो 3 महिलावां सन। हमें सूचना मिली थी एक गोल्फ कोर्स रोड पे ये रेस्टोरेंट है, इसमें अंदर 3-4 लोग कल रात को खाना खाने के लिए बैठे थे और सर्दी अधिक होने की वजह से उन्होंने कमरे के अंदर अंगीठी नुमा एक चीज वहां जलाई थी जिसके अंदर कोयले रखे थे और कोयले को जलाया था और कमरा चारों तरफ से बंद था जिसमें कोई खिड़की नहीं थी और बाहर से हवा आने जाने का कोई रास्ता नहीं था। अभी प्रथम दृष्टया देखने से ये लगता है कि अंगीठी जलाने की वजह से जो है ऑक्सीजन उस कमरे की खत्म हो गई और दम घुटने की वजह से 2 लोगों की मृत्यु इसमें हो गई है और 2 लोग अभी अस्पताल में हैं। फरीदकोट पुलिस ने 9 महीने पुराने कतल केस की गुत्थी सुलझा ली है। 9 महीने पहला मुक्तसर के पिंड गुड़ी संगर के निर्मल सिंह नूं अगवा किया गया सीगा। थाना कोटपाई च केस दर्ज होया पर कातल ना मिलिया। फिर 25 नवंबर नूं हरमनदीप सिंह ने नौजवान नूं अगवा किया गया तां बीते दिन उसकी लाश मिली। पुलिस ने हरमनदीप कतल केस च नवजोत सिंह ज्योति नां दे मुलजम नूं गिरफ्तार किया गया तां पता लग्या कि 9 महीने पहला ही गुड़ी संगर तो अगवा किए निर्मल सिंह दा कतल भी नवजोत सिंह ने ही कीता सी। दोवें कातलां दे बाद नवजोत सिंह ज्योति दुबई चला गया सीगा। ज्योति दुबई तो जिवें ही लखनऊ एयरपोर्ट ते उतरिया तां उसनूं डिटेन किया गया। पुलिस ने मुलजम नूं अदालत च पेश करके हालांकि 8 दिन का रिमांड हासिल कर लिया है। इनके इंट्रोगेशन में पता चला कि इन्होंने एक वारदात इसी तरह की पहले भी की है। एक निर्मल सिंह नाम का व्यक्ति है, सन ऑफ मनजीत सिंह, पिंड गुरी सांगरदा, वो भी लापता बताया गया था। वो थाना कोट भाई का है अप्रैल के महीने दे विच और उसमें भी बेसिकली इंटरेस्टिंग गल है कि निर्मल सिंह का कजन लगता है जिहड़ा मेन एक्यूज नवजोत है और एक्यूज इन सब ने बताया कि नवजोत ने उसमें भी उसको हत्या कर दी और उससे भी उसके परिवार से पैसे मांग रहे थे और उसकी हत्या भी जिस दिन उसको ले गए उसे खबर पटियाला तो है। पटियाला दी भांकड़ा नहर चो बंबनुमा चीज बरामद हुई है। दस दे कि 20 तो 25 किलो इस बंबनुमा चीज का वजन दसिया जा रहा है। गोताखोरां ने पानी चो इस बंबनुमा चीज नूं बाहर कढ़िया है। नहर च काम कर रहे सी गोताखोर, जदों उन्हां दी नजर पई इस बंबनुमा चीज ते उन्हां तों कढ़िया गया ते पुलिस नूं इत्तला कीती गई। दस दिए कि कुछ दिन पहला भी समाना च भी नहर चो इहो जी बंबनुमा चीज बरामद की गई सी ते तस्वीरां साझियां कर रही हैं कि 20 तो 25 किलो इस बंबनुमा चीज का वजन दसिया जा रहा है। तस्वीरां ताना साझियां कर रहे हैं पटियाला दियां ने। पटियाला दी भाखड़ा नहर चो बंबनुमा चीज बरामद की गई। दस दिए कि गोताखोरां ने पानी चो बंबनुमा चीज कड्ढी है। नहर च काम कर रहे थे जो उन्होंने नजर पई ते उन्होंने आ चीज बाहर कड्ढी, पुलिस ने इतला की ते कुछ दिन पहला भी समाना च ही नहर चो इहो जी बंबनुमा चीज बरामद की गई सी। हट जा यार और भी ऐसे के सामान और भी आगे कुछ स्यापा पै जाएगा। खबर गुरदासपुर तो है। गुरदासपुर पुलिस ने मुर्गियां दी हो रही